ना तुम डोलहो ना हम गिरते, रख लीनी हर मेरी। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। अदो हम ऐसे तू ऐसा, हम पापी तुम पाप खंडन। नीको ठाकुर देसा, दाते ठाकुर प्रतिपालक। नायक खसम हमारे, निमख निमख तुम ही प्रतिपालहो। हम बारिक तुमरे तारे, जिह्वा एक कवन गुण कहिए। बेसुमार बेअंत सुवामी, तेरो अंत ना किन्ही लहिए। जिह्वा एक कवन गुण कहिए। बेसुमार बेअंत सुवामी, तेरो अंत ना किन्ही लहिए। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। सुनिया सरा गुणा के गाह, सुनिया शेख पीर पातशाह। सुनिया सरा गुणा के गाह, सुनिया शेख पीर पातशाह। सुनिया अंधे पावह राहो, सुनिया हाथ होवे असगाहो। नानक भगता सदा विगास, सुनिया दुख पाप का नाश। नानक भगता सदा विगास, सुनिया दुख पाप का नाश। वाहिगुरु जी का खालसा, वाहिगुरु जी की फतेह। तित पावन भगत वत्सल
ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਹੋਰ ਵੀ ਕੋਈ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਸਿੱਧਾਂ ਦੇ ਬੇਨਤੀ ਕਰਨ ਤੇ ਪਰਮੇਸ਼ਰ ਦੇ ਨਾਮ ਦਾ ਸਰਵਣ ਦਾ ਮਹਾਤਮ ਦਰਸਾ ਰਹੇ ਹੈ। 4 ਪੌੜੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਅੰਦਰ ਸੁਣਨ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ। 3 ਪੌੜੀਆਂ ਦੀ ਵਿਚਾਰ ਸੁਣਨ ਦੇ ਪ੍ਰਥਾਏ ਪਿਛੇ ਦੀਵਾਨਾਂ ਵਿੱਚ ਹੋ ਚੁੱਕੀ ਸੀ। ਸੁਣਨ ਦੀ ਅਖੀਰਲੀ ਪ੍ਰਥਾਏ ਦੇ ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਸ਼ਰਧਾ ਭਾਵਨਾ ਸਹਿਤ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਤਿਗੁਰੂ ਜੀ ਨੂੰ ਪਿਆਰ ਸਹਿਤ ਸੀਸ ਝੁਕਾਵੋ, ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਰਾ ਗੁਣਾ ਕੇ ਗਾਹ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਹੈ। ਹੇ ਸਿੱਧੋ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨੇ ਦਾ ਬਹੁਤ ਭਾਰਾ ਮਹਾਤਮ ਹੈ। ਕਿਉਂਕਿ ਪਿਛਲੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ, ਜੋ ਗਿਆਨ ਸਰੂਪ ਦੀ ਪ੍ਰਾਪਤੀ ਕਰਨੀ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ, ਇਹ ਸਭ ਤੋਂ ਪਹਿਲੀ ਸਟੇਜ ਪਰਮੇਸ਼ਰ ਦੇ ਨਾਮ ਸਰਵਣ ਕਰਨ ਦੀ ਹੈ। ਜਿੰਨੀ ਦੇਰ ਤੱਕ ਮਨੁੱਖ ਸਤਿਗੁਰੂ ਜੀ ਦਾ ਉਪਦੇਸ਼ ਨਹੀਂ ਸੁਣਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਸਰਵਣ ਨਹੀਂ ਕਰਦਾ, ਉਨੀ ਦੇਰ ਤੱਕ ਕਦੇ ਮੰਨਣ ਨਹੀਂ ਕੀਤਾ ਜਾ ਸਕਦਾ। ਮੰਨਣ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਪਹਿਲਾਂ ਸੁਣਿਆ ਹੋਵੇ, ਫਿਰ ਮੰਨ ਕੇ ਜੀਵਨ ਦੇ ਵਿੱਚ ਕਮਾਇਆ ਤਾਂ ਜਾ ਸਕਦਾ ਜੇ ਪਹਿਲਾਂ ਸੁਣਿਆ ਹੋਵੇ। ਇਸ ਲਈ ਬਹੁਤ ਵੱਡਾ ਇਹ ਮਹਾਤਮ ਹੈ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਨੇ ਦਾ। ਸਾਧ ਸੰਗਤ ਜੀ ਐਸੇ ਮਹਾਨ ਰਿਖੀ ਹੋਏ ਹੈ ਜਿਨ੍ਹਾਂ ਨੇ ਜੀਵਨ ਭਰ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ। ਜਗਤ ਦੀ ਇਹ ਮਰਜ਼ਾਦਾ ਹੈ, ਜਿਵੇਂ ਸਾਧ ਸੰਗਤ ਜੀ ਮਹਾਂਪਰਲੋ ਆਉਂਦੀ ਹੈ ਤੇ ਸਾਰੇ ਜੀਵ ਪਰਮਾਤਮਾ ਦੇ ਸਰੂਪ ਦੇ ਵੀ ਸਮੇਟੇ ਜਾਂਦੇ ਹੈ ਜਦੋਂ ਮਹਾਂਪਰਲੋ ਆਉਂਦੀ ਹੈ। ਪਰ ਤੱਤਾਂ ਵਿੱਚ ਤੱਤ ਮਿਲਾਉਣ ਵਾਲੇ, ਉਹ ਬੰਦਗੀ ਕਰਨ ਵਾਲੇ ਮਹਾਂਪੁਰਖ ਰਿਖੀ ਜਨ, ਜਿਨ੍ਹਾਂ ਨੇ ਲੰਮੇਰਾ ਸਮਾਂ ਜਗਤ ਅੰਦਰ ਸਾਧ ਸੰਗਤ ਜੀ ਜੀਵਨ ਦੌਰਾਨ ਰਹਿਣਾ ਕੀਤਾ, ਐਸੀ ਉਹਨਾਂ ਨੂੰ ਸ਼ਕਤੀ ਪਰਮੇਸ਼ਰ ਵੱਲੋਂ ਪ੍ਰਾਪਤ ਹੋ ਗਈ। ਤੱਤਾਂ ਵਿੱਚ ਤੱਤ ਮਿਲਾ ਦਿੱਤੇ, ਪਰ ਕਾਲ ਦੇ ਅਧੀਨ ਨਹੀਂ ਉਹਨਾਂ ਗੁਰਮੁਖਾਂ ਨੇ ਹੋਣਾ ਕੀਤਾ। ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਜ਼ਿਕਰ ਆਉਂਦਾ, ਜਿਹੜਾ ਕਾਕ ਪਸੁੰਡ ਲਿਖੀ ਹੋਇਆ ਨਾ, ਸਭ ਤੋਂ ਉੱਤਮ ਭਗਤੀ ਸੁਣਨ ਦੀ ਕਾਕ ਪਸੁੰਡ ਦੀ ਮੰਨੀ ਗਈ ਹੈ।
ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਕਾਕ ਪਸੁੰਡ ਦੇ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਹੈ। ਭਾਈ ਮਰਦਾਨਾ ਜੀ ਨੇ ਬੜੇ ਹੈਰਾਨ ਹੋ ਕਰਕੇ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਇਹਨਾਂ ਨੂੰ ਪੁੱਛੀਏ ਕਿੰਨੇ ਕੁ ਸਮੇਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਪਣੀ ਭਾਸ਼ਾ ਦੇ ਵਿੱਚ ਕਥਾ ਕਰਦੇ ਹੈ ਤੇ ਨਾਲ ਹੋਰ ਰਿਖੀਆਂ ਨੂੰ ਬਿਠਾ ਕਰਕੇ ਸਰਵਣ ਕਰਾਉਂਦੇ ਨੇ, ਤੇ ਕਿੰਨੀ ਕੁ ਲੰਮੀ ਇਹਨਾਂ ਦੀ ਉਮਰ ਹੈ। ਭਾਈ ਮਰਦਾਨਾ ਜੀ ਨੇ ਜਦੋਂ ਪੁੱਛਿਆ ਤੇ ਕਾਕ ਪਸੁੰਡ ਰਿਖੀ ਨੇ ਕਿਹਾ, ਕਹਿੰਦਾ ਕਿ ਭਾਈ ਗੁਰਦਾਸ ਸਾਹਿਬ ਜੀ ਦੇ ਜਿਵੇਂ ਬਚਨ ਵੀ ਆਉਂਦੇ ਹੈ, 14 ਇੰਦਰ ਵਿਨਾਸ਼ ਕਰ ਬ੍ਰਹਮੇ ਦਾ ਇੱਕ ਦਿਵਸ ਕਹਾਵੈ। ਜਦੋਂ 14 ਇੰਦਰ ਦੇਵਤੇ ਸਾਧ ਸੰਗਤ ਜੀ ਜਨਮ ਧਾਰਨ ਕਰਕੇ ਮਰ ਜਾਂਦੇ ਆ, ਫਿਰ ਜਨਮ ਧਾਰਨ ਕਰਕੇ ਫਿਰ ਮੌਤ ਹੋ ਜਾਂਦੀ, ਰਾਜ ਭਾਗ ਨੂੰ ਭੋਗ ਕਰਕੇ ਫਿਰ ਮੌਤ ਹੋ ਜਾਂਦੀ, ਇਵੇਂ ਬ੍ਰਹਮਾ ਜੀ ਦਾ ਇੱਕ ਦਿਨ ਬਣਦਾ ਹੈ ਜਦੋਂ 14 ਇੰਦਰ ਦੇਵਤਿਆਂ ਦਾ ਵਿਨਾਸ਼ ਹੋ ਜਾਂਦਾ। ਤੇ ਕਹਿਣ ਲੱਗੇ ਕਿ ਮੇਰੀ ਉਮਰ ਇੰਨੀ ਜ਼ਿਆਦਾ ਲੰਬੀ ਹੈ ਜਿਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇੰਦਰ ਦੇਵਤੇ ਤਾਂ ਕੀ, ਬ੍ਰਹਮੇ ਵਰਗੇ ਪਤਾ ਨਹੀਂ ਕਿੰਨੀ ਕੁ ਵਾਰ ਜਗਤ ਅੰਦਰ ਜਨਮ ਧਾਰਨ ਕੀਤਾ, ਜਗਤ ਦੀ ਉਤਪਤੀ ਕਰਨ ਦੀ ਪਰਮੇਸ਼ਰ ਤੋਂ ਸ਼ਕਤੀ ਪ੍ਰਾਪਤ ਕੀਤੀ। ਫਿਰ ਜਦੋਂ ਮਹਾਪਰਲੋ ਆਉਂਦੀ ਹੈ ਤੇ ਸਾਰੇ ਪਰਮੇਸ਼ਰ ਦੇ ਸਰੂਪ ਦੇ ਵਿੱਚ ਮਿਲ ਜਾਂਦੇ ਹੈ, ਪਰ ਪਰਮੇਸ਼ਰ ਦੇ ਨਾਮ ਦੀ ਸਰਵਣ ਦੀ ਸ਼ਕਤੀ ਕਰਕੇ ਸਰਵਣ ਭਗਤੀ ਦੁਆਰਾ ਮੈਂ ਤੱਤਾਂ ਦੇ ਵਿੱਚ ਮੇਰੇ ਤੱਤ ਮਿਲ ਜਾਂਦੇ ਹੈ। ਕਹਿਣ ਲੱਗਾ ਹਜ਼ਾਰਾਂ ਹੀ ਪਤਾ ਨਹੀਂ ਕਿੰਨੇ ਕੁ ਜਿਹੜੇ ਬ੍ਰਹਮੇ ਹਨ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਕਾਲ ਦੀ ਲਪੇਟ ਵਿੱਚ ਆਉਂਦੇ ਹੋਏ ਨਜ਼ਰ ਆਏ ਹੈ। ਐਸੀ ਮਹਾਨ ਸ਼ਕਤੀ ਹੈ ਪਰਮਾਤਮਾ ਦੇ ਨਾਮ ਸਰਵਣ ਕਰਨੇ ਦੀ। ਸਾਧ ਸੰਗਤ ਜੀ, ਜਿਵੇਂ ਜਿਵੇਂ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਦੇ ਹੈ, ਤਿਵੇਂ ਤਿਵੇਂ ਹਰ ਇੱਕ ਜੀਵ ਅੰਦਰ, ਭਾਵੇਂ ਉਹ ਜੜ ਹੈ ਚਾਹੇ ਜੰਗਮ ਹੈ, ਉਹ ਚੇਤਨ ਹੈ ਚਾਹੇ ਜੜਤਾ ਸਹਿਤ ਹੈ, ਹਰ ਇੱਕ ਜੀਵ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁਨੀ ਹੀ ਸੁਣਾਈ ਦਿੰਦੀ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਹੈ, ਤਿੰਨਾਂ ਲੋਕਾਂ ਦੇ ਜੀਵ ਪਰਮੇਸ਼ਰ ਦਾ ਜਸ ਗਾ ਰਹੇ ਨੇ। ਤਿੰਨਾਂ ਲੋਕਾਂ ਅੰਦਰ ਪੈਦਾ ਕੀਤੇ ਹੋਏ ਸੂਖਮ ਤੇ ਸਥੂਲ ਜੀਵ ਪਰਮੇਸ਼ਰ ਦਾ ਜਸ ਗਾਉਂਦੇ ਹੈ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਹਰ ਕੋਈ ਪਰਮੇਸ਼ਰ ਦਾ ਨਾਮ ਤੇ ਆਉਂਦਾ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਇਉਂ ਵੀ ਬਚਨ ਆਉਂਦੇ ਆ ਗੁਰਬਾਣੀ ਵਿੱਚ। ਸਤਿਗੁਰੂ ਜੀ ਨੇ ਇਹ ਫਰਮਾਨ ਕੀਤਾ, ਚਾਤਰਿਕ ਮੋਰ ਬੋਲਤ ਦਿਨ ਰਾਤੀ ਸੁਨ ਘਨ ਹਰ ਕੀ ਕੋਰ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਕੁਝ ਵੀ ਜਗਤ ਅੰਦਰ ਬੋਲਦੇ ਹਨ, ਜੀਵ ਹੈ, ਪਸ਼ੂ ਪੌਦੇ ਹਨ, ਪਰਿੰਦੇ ਹੈ, ਜੋ ਕੁਝ ਵੀ ਹੈ, ਚਾਰ ਖਾਣੀਆਂ ਵਿੱਚ ਤਮਾਮ ਪਰਮੇਸ਼ਰ ਦੇ ਰੰਗਾਂ ਰੰਗਾਂ ਦੇ ਪੈਦਾ ਕੀਤੇ ਹੋਏ ਜੀਵ ਹਨ। ਹਰ ਇੱਕ ਜੀਵ ਚਾਹੇ ਜੜ ਹੈ ਚਾਹੇ ਜੰਗਮ ਹੈ, ਪਰਮੇਸ਼ਰ ਨੂੰ ਗਾ ਰਿਹਾ ਹੈ। ਸਾਧ ਸੰਗਤ ਜੀ, ਅੱਜ ਵਿਗਿਆਨੀਆਂ ਨੇ ਵੀ ਇਹ ਮੰਨ ਲੈਣਾ ਕੀਤਾ ਕਿ ਜਿਹੜੇ ਰੁੱਖ ਹੈ ਨਾ ਵੀ ਆਪਸ ਦੇ ਵਿੱਚ ਗੱਲਾਂ ਕਰਦੇ ਹੈ। ਖੋਜ ਕਰ ਕਰਕੇ ਅੱਜ ਵਿਗਿਆਨੀ ਸਾਇੰਟਿਸਟ ਵੀ ਮੰਨਦੇ ਹੈ ਕਿ ਰੁੱਖ ਵੀ ਆਪਸ ਦੇ ਵਿੱਚ ਗੱਲਾਂ ਕਰਦੇ ਹੈ। ਉਹਨਾਂ ਦੀਆਂ ਆਵਾਜ਼ਾਂ ਰਿਕਾਰਡ ਕਰ ਕਰਕੇ ਰੱਖੀਆਂ ਹੋਈਆਂ ਨੇ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਐਸਾ ਸ਼ਰਵਣ ਕਰਨ ਦਾ ਬਹੁਤ ਭਾਰਾ ਮਹਾਤਮ ਹੈ। ਤਿੰਨਾਂ ਗੁਰਮੁਖਾਂ ਨੂੰ ਐਸੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਤਾਂ ਕੰਧਾਂ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਹੀ ਸਰਵਣ ਕਰਦੇ ਹੈ। ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਘਟਨਾ ਮਿਲਦੀ ਹੈ। ਸਿੰਘ ਇੱਕ ਵਾਰ ਗੁਰਬਾਣੀ ਦਾ ਪਾਠ ਕਰ ਰਹੇ, ਇਹ ਗੁਰਬਾਣੀ ਦੀ ਪੰਕਤੀ ਆਈ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਤੇ ਮਹਾਂਪੁਰਖਾਂ ਕੋਲ ਬੇਨਤੀ ਕੀਤੀ, ਜਿਹੜੇ ਵਿਦਿਆਰਥੀ ਸਿੰਘ ਪੜ੍ਹਦੇ ਸਨ। ਕਹਿਣ ਲੱਗੇ, ਮਹਾਂਪੁਰਖੋ, ਇਹ ਧਰਤੀ ਵੀ ਆਕਾਸ਼ ਵੀ ਪਾਤਾਲ ਵੀ ਤਿੰਨੇ ਲੋਕ ਕਿਵੇਂ ਪਰਮਾਤਮਾ ਨੂੰ ਗਾਉਂਦੇ ਆ? ਕਿ ਕੰਧਾਂ ਦੇ ਵਿੱਚੋਂ ਵੀ ਆਵਾਜ਼ ਸੁਣਦੀ ਹੈ? ਮਹਾਂਪੁਰਖ ਕਹਿੰਦੇ ਜ਼ਰੂਰ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਥੋੜ੍ਹਾ ਹੈ।
ਗੁਰੂ ਕੀ ਬਾਣੀ ਇੱਕ ਇੱਕ ਅੱਖਰ ਗੁਰੂ ਸਰੂਪ ਹੈ। ਤੇ ਸਤਿਗੁਰੂ ਜੀ ਕਦਾਚਿਤ ਵੀ ਝੂਠ ਨਹੀਂ ਬਚਨ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵੀ ਬਚਨ ਉਚਾਰਨ ਕੀਤੇ ਸਦੀਵ ਕਾਲ ਵਾਸਤੇ ਸੱਚੇ ਹਨ। ਜਦੋਂ ਇਉਂ ਬਚਨ ਕੀਤਾ ਤੇ ਕਹਿਣ ਲੱਗੇ ਮਹਾਂਪੁਰਖੋ ਸਾਨੂੰ ਕਿਵੇਂ ਨਿਸ਼ਚਾ ਹੋਵੇ। ਕਹਿਣ ਲੱਗੇ ਅੰਮ੍ਰਿਤ ਵੇੜੇ 5 ਸਿੰਘ ਕੇਸੀ ਇਸ਼ਨਾਨ ਪਾਨ ਕਰਕੇ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਣਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ 5 ਸਿੰਘ ਰਹਿਤ ਮਰਜ਼ਾਦਾ ਦੇ ਨਿਤਨੇਮ ਦੇ ਪ੍ਰਪੱਕ ਜਦੋਂ ਸਣੇ ਕੇਸੀ ਇਸ਼ਨਾਨ ਪਾਨ ਕਰਕੇ ਆਏ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ 5 ਸਿੰਘਾਂ ਨੇ ਅਰਦਾਸ ਕੀਤੀ, ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਹੇ ਸਤਿਗੁਰੂ ਜੀ ਸਾਨੂੰ ਨਿਸ਼ਚੈ ਕਰਕੇ ਪ੍ਰਤੱਖ ਹੇ ਸਤਿਗੁਰੂ ਜੀ ਦਿਖਾਉਣਾ ਕਰੋ ਕਿ ਧਰਤੀ ਪਾਤਾਲ ਆਕਾਸ਼ ਸਭ ਕੁਝ ਪਰਮੇਸ਼ਰ ਆਪ ਜੀ ਦੇ ਜਸ ਨੂੰ ਗਾਵਦਾ ਹੈ। ਜਦੋਂ ਅਰਦਾਸ ਬੇਨਤੀ ਕੀਤੀ ਤੇ ਸਾਧ ਸੰਗਤ ਜੀ ਜਦੋਂ ਹੁਕਮਨਾਮਾ ਸਾਹਿਬ ਮਿਲਿਆ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚੋਂ ਪ੍ਰਕਾਸ਼ ਹੀ ਪ੍ਰਕਾਸ਼ ਸਿੰਘਾਂ ਨੂੰ ਨਜ਼ਰ ਆਇਆ। ਫਿਰ ਕੰਧਾਂ ਦੇ ਨਾਲ ਕੰਨ ਲਾ ਕਰਕੇ ਸੁਣੇ ਤੇ ਮੂਲ ਮੰਤਰ ਦਾ ਕੰਨਾਂ ਵਿੱਚ ਆਵਾਜ਼ ਸੁਣਾਈ ਦੇਣਾ ਕੀਤੀ। ਦਰਵਾਜ਼ੇ ਦੇ ਤਖਤਿਆਂ ਨੂੰ ਕਈ ਸਿੰਘਾਂ ਨੇ ਕੰਨ ਲਾਏ, ਉਹਨਾਂ ਵਿੱਚੋਂ ਵਾਹਿਗੁਰੂ 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 ਦੀ ਧੁਨੀ ਸੁਣਾਈ ਦਿੱਤੀ ਤੇ ਦੇਸ਼ ਕਾਲ ਵਸਤੂ ਸਭ ਕੋ ਸਿੰਘਾਂ ਨੂੰ ਭੁੱਲ ਗਿਆ। ਫਿਰ ਮਹਾਂਪੁਰਖਾਂ ਨੇ ਸੁਰਤ ਵਿੱਚ ਲਿਆ ਕਰਕੇ ਉਹਨਾਂ ਨੂੰ ਬਚਨ ਕੀਤੇ, ਭਾਈ ਸਿੰਘੋ ਇਹ ਨਜ਼ਾਰਾ ਇੱਕ ਵਾਰ ਤੁਹਾਨੂੰ ਦਿਖਾ ਦਿੱਤਾ ਹੈ, ਪਰ ਜੀਵਨ ਦੇ ਵਿੱਚ ਤਾਂ ਅਸਲ ਦੇ ਵਿੱਚ ਚੰਗੀ ਹੈ ਕਿ ਜੇਕਰ ਆਪ ਹੁਣ ਤੁਸੀਂ ਜੀਵਨ ਦੇ ਵਿੱਚ ਕਮਾ ਕਰਕੇ ਇਹ ਨਜ਼ਾਰਾ ਆਪ ਇਹ ਆਨੰਦ ਪ੍ਰਤੱਖ ਪ੍ਰਾਪਤ ਕਰਨਾ ਕਰੋ ਤਾਂ। ਕਿਉਂਕਿ ਜਿਵੇਂ ਛੋਟਾ ਬੱਚਾ ਹੁੰਦਾ ਹੈ ਨਾ, ਪਿਤਾ ਸਾਧ ਸੰਗਤ ਆਪਣੇ ਮੋਢਿਆਂ ਤੇ ਬਿਠਾ ਕੇ ਤੇ ਮੇਲਾ ਦਿਖਾਉਂਦਾ, ਮੇਲੇ ਦਾ ਨਜ਼ਾਰਾ ਦੇਖਦਾ, ਪਰ ਪੂਰੀ ਤਰ੍ਹਾਂ ਸਾਧ ਸੰਗਤ ਮਨ ਉਹਦਾ ਖੁਸ਼ ਤਾਂ ਹੁੰਦਾ ਜਦੋਂ ਆਪਣੇ ਕਦਮਾਂ ਤੇ ਚੱਲ ਕਰਕੇ ਮੇਲੇ ਦਾ ਨਜ਼ਾਰਾ ਦੇਖਦਾ, ਖੁਸ਼ੀਆਂ ਭਰੇ ਰੰਗਾਂ ਦੀਆਂ ਬਾਜ਼ਾਰਾਂ ਦੀਆਂ ਦੁਕਾਨਾਂ ਦੇਖਦਾ, ਬੜਾ ਆਨੰਦ ਮਿਲਦਾ, ਉਹ ਕੋਈ ਨਜ਼ਾਰਾ ਵੱਖਰਾ ਹੀ ਹੁੰਦਾ ਹੈ। ਇਉਂ ਮਹਾਂਪੁਰਖਾਂ ਨੇ ਵਚਨ ਕੀਤਾ ਕਿ ਹੁਣ ਆਪ ਜੀਵਨ ਦੇ ਵਿੱਚ ਕਮਾ ਕੇ ਦੇਖਣਾ, ਫਿਰ ਹੋਰ ਵੀ ਇਹਦੇ ਨਾਲ ਵੱਧ ਆਨੰਦ ਤੁਹਾਨੂੰ ਪ੍ਰਾਪਤ ਹੋਵੇਗਾ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਮਹਾਨ ਇਹ ਮਹਿਮਾ ਦਰਸਾਈ ਹੈ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਦੀ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ 11ਵੀਂ ਪੌੜੀ ਦੀ ਪ੍ਰਾਰੰਭਤਾ ਅੰਦਰ, ਸੁਣਿਆ ਸਾਰਾ ਗੁਣਾ ਕੇ ਗਾਹ, ਸਾਰਾ ਨਾਮ ਸਾਧ ਸੰਗਤ ਜੀ ਤੀਰ ਦਾ ਹੈ। ਔਰ ਗੁਣ ਜਿਹੜੇ ਹਨ ਕਹਿੰਦੇ ਨੇ ਜਿਹੜਾ ਚਿੱਲਾ ਹੈ, ਔਰ ਇਸੇ ਪ੍ਰਕਾਰ ਗਾਹ ਨਾਮ ਅਸਥਾਨ ਦਾ ਹੈ। ਕਹਿੰਦੇ ਕਿ ਜਿਹੜਾ ਤੀਰ ਹਨ ਫਿਰ ਚਿੱਲਾ ਹੈ, ਚਿੱਲੇ ਦੇ ਧਨਖ ਦੇ ਚਿੱਲੇ ਵੀ ਜੋੜਨ ਵਾਲਾ ਜਿਹੜਾ ਅਸਥਾਨ ਗਾਹ ਹੈ ਨਾ, ਤੀਰ ਚਲਾਉਣ ਵਾਲਾ, ਇਹਦਾ ਗਿਆਨ ਪ੍ਰਾਪਤ ਹੋ ਜਾਂਦਾ ਜੀਵ ਨੂੰ ਜੇ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦਾ ਹੈ। ਸੁਣਿਆ ਸਾਰਾ ਗੁਣਾ ਕੇ ਗਾਹ, ਗਾਹ ਨਾਮ ਸਾਧ ਸੰਗਤ ਜੀ ਗਾਉਣ ਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਨੂੰ ਗਾਹ ਲੈਣਾ ਕੀਤਾ, ਭਾਵ ਦਬਾ ਲਿਆ ਹੈ। ਤਿੰਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦਬਾ ਲਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ। ਤੇ ਸਾਰਾ ਨਾਮ ਸਰੋਵਰ ਦਾ ਹੈ। ਸੰਸਾਰ ਰੂਪੀ ਇਹ ਜਿਹੜਾ ਸਮੁੰਦਰ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਸੁਤੇ ਸਿੱਧ ਹੀ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ। ਸੁਣਿਆ ਸਾਰਾ ਗੁਣਾ ਕੇ ਗਾਹ। ਤੇ ਸਾਧ ਸੰਗਤ ਜੀ ਜਿਵੇਂ ਗਾਹ ਨਾਮ ਗ੍ਰਹਿਣ ਕਰਨ ਦਾ ਵੀ ਹੁੰਦਾ ਹੈ, ਜੋ ਗੁਰਮੁਖ ਪਿਆਰੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਹੈ, ਭਾਵੇਂ ਉਹ ਪਤਿਤ ਪਾਪੀ ਜੀਵ ਵੀ ਹੋਣ, ਜਿਵੇਂ ਜਿਵੇਂ ਪਰਮੇਸ਼ਰ ਦੇ ਨਾਮ ਨੂੰ ਸ਼ਰਧਾ ਵਿਸ਼ਵਾਸ ਰੂਪੀ ਕਰਨਾ ਦੁਆਰਾ ਸੁਣਦੇ ਹੈ, ਤਿਵੇਂ ਤਿਵੇਂ ਪਾਪ ਕਰਮਾਂ ਦੀ ਮਲੀਨਤਾ ਉਹਨਾਂ ਦੇ ਅੰਦਰੋਂ ਦੂਰ ਹੋਈ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾ, ਜਿਹੜੇ ਗੁਣ ਹਨ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ, ਇਹ ਸਭ ਗੁਣਾਂ ਨੂੰ ਗ੍ਰਹਿਣ ਕਰਨ ਦੇ ਰੂਪ ਹੋ ਜਾਂਦੇ ਹੈ। ਗੁਣਾਂ ਨੂੰ ਗ੍ਰਹਿਣ ਕਰਨੇ ਯੋਗ ਗੁਰਮੁਖ ਪਿਆਰੇ ਹੋ ਜਾਂਦੇ ਹੈ ਜੋ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਹਨ। ਕਿੰਨਾ ਭਾਰਾ ਮਹਾਤਮ ਹੈ ਵਾਹਿਗੁਰੂ ਦੇ ਨਾਮ ਸੁਣਨੇ ਦਾ। ਸਾਧ ਸੰਗਤ ਜੀ ਜਿਵੇਂ
ਬੱਚੇ ਦੇ ਕਦਮਾਂ ਦੀ ਪੈੜ ਹੁੰਦੀ ਹੈ ਨਾ, ਖੁਰ ਦੀ ਪੈੜ ਹੁੰਦੀ ਹੈ, ਤੇ ਉਹਦੇ ਵਿੱਚੋਂ ਕੋਈ ਮਨੁੱਖ ਲੰਘਣਾ ਚਾਹੇ ਤੇ ਉਹਦੇ ਵਿੱਚ ਡੁੱਬ ਥੋੜਾ ਸਕਦਾ, ਪਾਣੀ ਭਰਿਆ ਹੋਵੇ ਤਾਂ ਛੋਟਾ ਜਿਹਾ ਪੌੜ ਹੁੰਦਾ ਹੈ। ਤਿਵੇਂ ਸੰਸਾਰ ਸਮੁੰਦਰ ਭਾਵੇਂ ਬਹੁਤ ਵੱਡਾ ਅਸਗਾਹ ਹੈ, ਪਰ ਗੁਰਮੁਖ ਪਿਆਰੇ ਸੁਦੇ ਸਿੱਧੇ ਇਹਦੇ ਤੋਂ ਪਾਰ ਹੋ ਜਾਂਦੇ ਆ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਰੂਪੀ ਅਸਥਾਨ ਨੂੰ ਪਾ ਲੈਂਦੇ ਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ, ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਸੁਣਿਆ ਸਾਰਾ ਗੁਣਾ ਕੇ ਗਾਹ। ਸਾਧ ਸੰਗਤ ਜੀ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ, ਤਿੰਨਾਂ ਜਗਿਆਸੂਆਂ ਦੇ ਹਿਰਦੇ ਅੰਦਰ ਪ੍ਰੇਮ ਰੂਪੀ ਤੀਰ ਪ੍ਰਾਪਤ ਹੋਇਆ ਹੈ। ਫਿਰ ਸ਼ੁਭ ਗੁਣਾ ਜਿਨ੍ਹਾਂ ਨੇ ਧਾਰਨ ਕਰਨਾ ਕੀਤਾ ਹੈ, ਸ਼ੁਭ ਗੁਣਾ ਰੂਪੀ ਚਿੱਲਾ ਤਿੰਨਾਂ ਨੂੰ ਪ੍ਰਾਪਤ ਹੋ ਗਿਆ, ਤੇ ਗਾਹ ਨਾਮ ਸਾਧ ਸੰਗਤ ਜੀ ਚਲਾਉਣ ਦਾ ਹੈ। ਆਤਮ ਵਿਸ਼ੈਣ ਬੁੱਧੀ ਉਹਨਾਂ ਨੂੰ ਕਮਾਨ ਪ੍ਰਾਪਤ ਹੋ ਗਈ। ਫਿਰ ਲਕਸ਼ ਕੀ ਹੈ? ਪਰਮਾਤਮਾ ਦਾ ਸਰੂਪ। ਨਿਸ਼ਾਨਾ ਕੀ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ। ਗਾਹ ਨਾਮ ਹੈ ਚਲਾਉਣ ਦਾ। ਪ੍ਰੇਮ ਰੂਪੀ ਤੀਰ ਜਿਨ੍ਹਾਂ ਨੇ ਆਪਣੀ ਆਤਮ ਵਿਸ਼ੈਣੀ ਬੁੱਧੀ ਸਾਧ ਸੰਗਤ ਜੀ ਇਸ ਕਮਾਨ ਦੇ ਉੱਪਰ ਚੜਾ ਕਰਕੇ, ਪ੍ਰੇਮ ਦਾ ਤੀਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਤਾਂ ਹੀ ਮਾਰਿਆ, ਤਿੰਨਾਂ ਨੂੰ ਵਾਹਿਗੁਰੂ ਦੀ ਅਭੇਰਤਾ ਪ੍ਰਾਪਤ ਹੋ ਗਈ ਹੈ। ਇਹ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਦਾ ਮਹਾਨ ਮਹਾਤਮ ਹੈ। ਸੁਣਿਐ ਸੇਖ ਪੀਰ ਪਾਤਸ਼ਾਹ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਸਿੱਧੋ ਜਿਹੜੇ ਸ਼ੇਖ ਹਨ ਜਾਂ ਫਿਰ ਪੀਰ ਕਰਕੇ ਜਾਣੇ ਜਾਂਦੇ ਆ, ਜਾਂ ਬਾਦਸ਼ਾਹ ਕਰਕੇ ਜਗਤ ਅੰਦਰ ਜਾਣੇ ਜਾਂਦੇ ਆ, ਪਰਮਾਤਮਾ ਦਾ ਨਾਮ ਸੁਣਨੇ ਕਰਕੇ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਸ਼ੇਖ ਹੈ, ਇਹ ਪੀਰ ਹੈ ਤੇ ਇਹ ਬਾਦਸ਼ਾਹ ਹੈ। ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਪਰਮੇਸ਼ਰ ਦੇ ਨਾਮ ਦੇ ਧਾਰਨ ਕੀਤੇ ਹੋਏ ਸਾਰੇ ਜਗਤ ਦੇ ਜੀਵ ਜੰਤੂ ਹਨ। ਪਰਮੇਸ਼ਰ ਦੇ ਨਾਮ ਸ਼ਕਤੀ ਦੁਆਰਾ ਹੀ ਇਹ ਸਿੱਧ ਹੁੰਦਾ ਹੈ, ਇਹ ਪੀਰ ਹੈ, ਇਹ ਸ਼ੇਖ ਹੈ, ਇਹ ਬਾਦਸ਼ਾਹ ਹੈ। ਤੇ ਸ਼ੇਖ ਸਾਧ ਸੰਗਤ ਜੀ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਦੇ ਵਿੱਚ ਇਸਲਾਮ ਦੇ ਵੀ ਸ਼ੇਖ ਨੂੰ ਵੱਡਾ ਬੁੱਢੇ ਨੂੰ ਆਖਿਆ ਜਾਂਦਾ, ਜਿਹੜਾ ਬਜ਼ੁਰਗ ਹੁੰਦਾ ਉਹਨੂੰ ਸ਼ੇਖ ਕਿਹਾ ਜਾਂਦਾ ਹੈ। ਇਸਲਾਮ ਦੇ ਵਿੱਚ, ਮੁਸਲਮਾਨ ਮਤ ਦੇ ਵਿੱਚ ਸਾਧ ਸੰਗਤ ਜਿਹੜਾ ਸ਼ੇਖ ਸ਼ਬਦ ਹੈ ਨਾ, ਇਹ ਬਜ਼ੁਰਗਾਂ ਦੇ ਪ੍ਰਥਾਏ ਜਾਂ ਵਿੱਦਿਆ ਪੜਾਉਣ ਵਾਲਿਆਂ ਦੇ ਪ੍ਰਥਾਏ ਵੀ ਉਚਾਰਿਆ ਜਾਂਦਾ ਹੈ। ਜਾਂ ਫਿਰ ਹਿੰਦੂ ਮਤ ਵਾਲਾ ਕੋਈ ਇਸਲਾਮ ਨੂੰ ਧਾਰਨ ਕਰ ਲਵੇ, ਉਹਨੂੰ ਵੀ ਸ਼ੇਖ ਆਖਿਆ ਜਾਂਦਾ ਹੈ। ਤੇ ਪੀਰ ਜਿਹੜਾ ਹੈ, ਹਿੰਦੂ ਮਤ ਦੇ ਵਿੱਚ ਗੁਰੂ ਨੂੰ ਆਖਿਆ ਜਾਂਦਾ ਕਿ ਪੀਰ ਹੈ। ਸ਼ੇਖ ਇਸਲਾਮ ਦੇ ਵਿੱਚ ਮੁਰਸ਼ਿਦ ਨੂੰ ਵੀ ਆਖਿਆ ਜਾਂਦਾ ਕਿ ਸਾਡਾ ਮੁਰਸ਼ਿਦ ਹੈ, ਇਹ ਸਾਡਾ ਰਹਿਬਰ ਹੈ, ਇਹ ਸਾਡਾ ਸ਼ੇਖ ਹੈ। ਹਿੰਦੂ ਮਤ ਦੇ ਵਿੱਚ ਪੀਰ ਗੁਰੂ ਨੂੰ ਆਖਿਆ ਜਾਂਦਾ ਹੈ ਕਿ ਸਾਡੇ ਗੁਰੂ ਹਨ, ਇਹ ਪੀਰ ਹੈ। ਵਿੱਦਿਆ ਪੜਾਉਣ ਵਾਲੇ ਨੂੰ ਵੀ ਪੀਰ ਆਖ ਕਰਕੇ ਸਤਿਕਾਰ ਕਰਦੇ ਆ। ਔਰ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਇਹ ਸਿੱਧ ਹੋ ਜਾਂਦਾ ਜੇ ਪਰਮੇਸ਼ਰ ਦਾ ਨਾਮ ਗੁਰਮੁਖ ਪਿਆਰੇ ਸਰਵਣ ਕਰ ਲੈਣ। ਫਿਰ ਇਸੇ ਪ੍ਰਕਾਰ ਹੀ ਪੰਕਤੀ ਪੜੋ। ਸੁਣਿਐ ਸੇਖ ਪੀਰ ਪਾਤਸ਼ਾਹ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਉਹਨਾਂ ਨੇ ਜਗਤ ਅੰਦਰ ਜੰਮਣ ਮਰਨ ਦਾ ਜਿਹੜਾ ਸੋਖ ਸੀ ਨਾ, ਜੰਮਣ ਮਰਨ ਦਾ ਦੁੱਖ, ਉਹਨੂੰ ਸੋਖ ਸੁਕਾ ਦੇਣਾ ਕੀਤਾ ਹੈ। ਸੇਖ ਨਾਮ ਸੁਕਾਉਣ ਦਾ ਵੀ ਹੈ। ਸੁਕਾ ਦਿੱਤਾ ਭਾਵ ਖਤਮ ਕਰ ਦਿੱਤਾ ਹੈ, ਮਿਟਾ ਦਿੱਤਾ ਹੈ। ਔਰ ਉਹਨਾਂ ਨੇ ਸੰਸਾਰ ਦੇ ਅੰਦਰ ਅਗਿਆਨ ਦੀਆਂ ਪੀੜਾ, ਜੰਮਣ ਮਰਨ ਦੀ ਪੀੜਾ ਵੀ ਉਹਨਾਂ ਦੀ ਖਤਮ ਹੋ ਗਈ। ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣ ਦੀ ਪੀੜਾ ਉਹਨਾਂ ਦੀ ਖਤਮ ਹੋ ਗਈ। ਤੇ ਪਾਤਸ਼ਾਹ ਕੌਣ ਹੈ? ਪਰਮੇਸ਼ਰ ਹੈ। ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਜੋ ਅਕਾਲ ਪੁਰਖ ਪਰਮਾਤਮਾ ਹੈ, ਉਸ ਪਰਮੇਸ਼ਰ ਦਾ ਸਰੂਪ ਗੁਰਮੁਖ ਪਿਆਰੇ ਹੋ ਗਏ, ਜਿਨ੍ਹਾਂ ਨੇ ਜੰਮਣ ਮਰਨ ਦੀ ਅਗਿਆਨ ਦੀ ਪੀੜਾ ਨੂੰ ਮਿਟਾ ਦਿੱਤਾ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ। ਫਿਰ ਇਸੇ ਪ੍ਰਕਾਰ ਹੀ ਪੰਕਤੀ। ਸੁਣਿਐ ਸੇਖ ਪੀਰ ਪਾਤਸ਼ਾਹ। ਤੇ ਹਿੰਦੂ ਮਤ ਦੇ ਵਿੱਚ ਸੇਖ ਸ਼ੇਸ਼ ਨਾਗ ਦੇ ਪ੍ਰਤੀ ਇਹ ਸ਼ਬਦ ਵਰਤਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੇਸ਼ ਨਾਗ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ, ਜੋ ਜਗਤ ਅੰਦਰ ਨਿਤ ਹੀ ਨਵੇਂ ਨਾਮ ਲੈ ਕਰਕੇ ਨਾਮ ਦੇ ਸਰਵਣ ਕਰਨ ਦਾ ਮਹਾਤਮ ਦਰਸਾਉਂਦਾ ਹੈ। ਔਰ ਹਜੂਰ ਨੇ ਗੁਰਬਾਣੀ ਵਿੱਚ ਬਚਨ ਵੀ ਕੀਤੇ ਹੈ, ਸੇਖ ਨਾਗ ਤੇਰੋ ਮਰਮ ਨਾ ਜਾਣਾ। हे ਪਰਮਾਤਮਾ, ਬੇਅੰਤ ਆਪ ਜੀ ਦੇ ਨਾਮ ਹਨ,
ਨਿਤ 1000 ਨਵਾਂ ਪਰਮੇਸ਼ਰ ਆਪ ਜੀ ਦਾ ਨਾਮ ਲੈਂਦਾ ਹੈ ਸ਼ੇਸ਼ਨਾਗ ਨਿਤ, ਪਰ ਫਿਰ ਵੀ ਨਾਮਾਂ ਦਾ ਅੰਤ ਨਹੀਂ ਪੈਂਦਾ। ਔਰ ਹੋਰ ਕਿਸੇ ਵਿੱਚ ਕੀ ਸਮਰੱਥਾ ਤੁਹਾਡਾ ਕੋਈ ਅੰਤ ਪਾ ਲਵੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਣਿਆ ਸੇਖ ਪੀਰ ਤੇ ਸ਼ੇਸ਼ਨਾਗ ਦਾ ਗੁਰੂ ਕੌਣ ਹੈ? ਵਿਸ਼ਨੂੰ, ਜੋ ਸੇਜਾ ਤੇ ਧਾਰਨ ਕਰਦਾ। ਇਹ ਵਿਸ਼ਨੂੰ ਭਗਵਾਨ ਵੀ ਆਪਣੇ ਪਿਆਰਿਆਂ ਦੀ ਜਦੋਂ ਪਤ ਲੱਜਿਆ ਰੱਖਦਾ ਹੈ ਨਾ, ਜੋ ਨਾਮ ਉਚਾਰਨ ਕਰਦੇ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਸ਼ੇਸ਼ਨਾਗ ਇਹਨਾਂ ਦਾ ਪੀਰ ਜੋ ਗੁਰੂ ਵਿਸ਼ਨੂੰ ਭਗਵਾਨ ਹੈ, ਉਹ ਵੀ ਪਰਮੇਸ਼ਰ ਦੇ ਨਾਮ ਦਾ ਹੀ ਜਗਤ ਅੰਦਰ ਮਹਾਤਮ ਦਰਸਾਵਣਾ ਕਰਦਾ ਹੈ। ਤੇ ਪਾਤਸ਼ਾਹ ਜਿਹੜੇ ਬਾਦਸ਼ਾਹ ਲੋਕ ਹਨ, ਜਿਵੇਂ ਜਨਕ ਰਾਜਾ ਸਾਧ ਸੰਗਤ ਜੀ ਕਮਲ ਦੇ ਵਾਂਗ ਨਿਰਲੇਪ ਰਹਿਣਾ ਕੀਤਾ ਜਗਤ ਅੰਦਰ। ਭਾਵੇਂ ਰਾਜ ਭਾਗ ਸੀਗਾ, ਬਹੁਤ ਸਾਰੇ ਧਨ ਪਦਾਰਥ ਸ਼ਾਹੀ ਖਜ਼ਾਨੇ ਸਨ, ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ, ਦੁਨੀਆ ਦਾ ਹਰ ਪ੍ਰਕਾਰ ਦਾ ਸੁੱਖ ਸੀਗਾ। ਪਰ ਬਾਦਸ਼ਾਹ ਸੰਸਾਰ ਦੇ ਅੰਦਰ ਨਿਰਲੇਪ ਰਹਿ ਕਰਕੇ ਜੀਵਨ ਨਿਰਵਾਹ ਕੀਤਾ, ਉਹ ਵੀ ਪਰਮੇਸ਼ਰ ਦੇ ਨਾਮ ਦਾ ਹੀ ਸਰਵਣ ਦਾ ਮਹਾਤਮ ਦਰਸਾਵੰਦੇ ਹੈ। ਇਸੇ ਪ੍ਰਕਾਰ ਹੀ ਪੰਕਤੀ ਸੁਣਿਐ ਸੇਖ ਪੀਰ ਪਾਤਸ਼ਾਹ। ਸਾਧ ਸੰਗਤ ਜੀ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ, ਤਿਨਾਂ ਨੇ ਜਗਤ ਦੀਆਂ ਪੀੜਤਾਂ ਨੂੰ, ਕਿਉਂਕਿ ਪੀੜਾ ਵੀ ਕਈ ਪ੍ਰਕਾਰ ਦੀ ਹੈ, ਕਿਸੇ ਨੂੰ ਸਰੀਰ ਕਰਕੇ ਦੁੱਖ ਲੱਗਦਾ ਤੇ ਪੀੜਾ ਹੁੰਦੀ, ਕਿਸੇ ਨੂੰ ਮਨ ਕਰਕੇ। ਜਗਿਆਸੂ ਪਰਮੇਸ਼ਰ ਤੋਂ ਵਿਯੋਗ ਕਰਕੇ, ਵਿਛੋੜੇ ਕਰਕੇ, ਬਾਰ-ਬਾਰ ਮਨ ਕਰਕੇ ਦੁਖੀ ਹੁੰਦੇ ਹੈ। ਜਗਤ ਦੇ ਜੀਵ ਸੰਸਾਰ ਦਾ ਕੋਈ ਦੁੱਖ ਲੱਗਦਾ ਹੈ, ਸਰੀਰ ਦਾ ਕਰਕੇ ਕੋਈ ਵਿਛੋੜਾ ਹੋ ਜਾਂਦਾ, ਸਰੀਰ ਕਰਕੇ ਦੁਖੀ ਹੁੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਸੁਣਿਆ ਸੇਖ ਪੀਰ, ਪੀੜਾ ਉਹਨਾਂ ਨੇ ਸੇਖ ਸੁਕਾ ਦੇਣਾ ਕੀਤੀ, ਖਤਮ ਕਰ ਦਿੱਤੀ ਹੈ। ਜਿਵੇਂ ਬਾਬਰ ਦਾ ਪੁੱਤਰ ਸੀ ਨਾ ਹਮਾਯੂ, ਸਾਧ ਸੰਗਤ ਜੀ ਸਰੀਰ ਤੇ ਭਾਰੀ ਦੁੱਖ ਆ ਗਿਆ ਸੀ ਪੁੱਤਰ ਦੇ, ਤੇ ਜਰਿਆ ਨਹੀਂ ਸੀ ਜਾਂਦਾ ਬਾਬਰ ਤੋਂ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਆਪ ਕਿਰਪਾ ਕਰੋ ਮੇਰਾ ਪੁੱਤਰ ਠੀਕ ਹੋ ਜਾਵੇ। ਸਤਿਗੁਰੂ ਜੀ ਤੋਂ ਨਾਮ ਸਰਵਣ ਕੀਤਾ, ਮਨ ਵਿੱਚ ਸ਼ਰਧਾ ਤੇ ਭਰੋਸਾ ਧਾਰਨ ਕਰਕੇ ਖੁਦਾ ਦੇ ਚਰਨਾਂ ਵਿੱਚ ਇਬਾਦਤ ਕੀਤੀ, ਐ ਪ੍ਰਮਾਤਮਾ ਮੇਰੇ ਪੁੱਤਰ ਦਾ ਦੁੱਖ ਮੈਨੂੰ ਲੱਗ ਜਾਵੇ, ਮੇਰਾ ਪੁੱਤਰ ਜਿਹੜਾ ਇਹ ਰਾਜ਼ੀ ਹੋ ਜਾਵੇ। ਉਸ ਸਮੇਂ ਜੇਕਰ ਆਵੰਦਾ ਕਿ ਬਾਬਰ ਮੰਜੇ ਤੇ ਪੈ ਗਿਆ ਸੀਗਾ ਤੇ ਇਹਦਾ ਪੁੱਤਰ ਹਮਾਯੂ ਦੁਰਸਤ ਹੋ ਗਿਆ ਸੀ, ਸਹੀ ਸਲਾਮਤ ਹੋ ਗਿਆ ਸੀ, ਬਾਬਰ ਫਿਰ ਚੜਾਈ ਕਰ ਗਿਆ, ਦੀ ਮੌਤ ਹੋ ਗਈ ਸੀ, ਤੇ ਹਮਾਯੂ ਨੇ ਫਿਰ ਬਾਦਸ਼ਾਹੀ ਇਹ ਸਾਧ ਸੰਗਤ ਜਗਤ ਦਾ ਕਾਇਮ ਕੀਤੀ ਸੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਸੁਣਿਆ ਸੇਖ ਪੀਰ ਪਾਤਸ਼ਾਹ, ਉਹ ਫਿਰ ਬਾਦਸ਼ਾਹ ਬਣ ਜਾਣਾ ਕਰਦੇ ਹੈ। ਚਾਹੇ ਕੋਈ ਸ਼ੇਖ ਮਨ ਵਿੱਚ ਭਾਵਨਾ ਬਣਾ ਕਰਕੇ ਪਰਮੇਸ਼ਰ ਦਾ ਨਾਮ ਸਰਵਣ ਕਰੇ ਕਿ ਮੈਂ ਸ਼ੇਖ ਬਣਨਾ ਚਾਹੁੰਦਾ, ਮੈਂ ਵੱਡਾ ਬਣਨਾ ਚਾਹੁੰਦਾ, ਕੋਈ ਪੀਰ ਮਨ ਵਿੱਚ ਭਾਵਨਾ ਬਣਾ ਕਰਕੇ ਮੈਂ ਪੀਰ ਬਣਨਾ ਚਾਹੁੰਦਾ, ਜਾਂ ਕੋਈ ਬਾਦਸ਼ਾਹ ਮਨ ਵਿੱਚ ਭਾਵਨਾ ਬਣਾ ਕਰਕੇ ਪਰਮੇਸ਼ਰ ਦਾ ਨਾਮ ਸਰਵਣ ਕਰੇ ਕਿ ਮੈਂ ਬਾਦਸ਼ਾਹ ਬਣਨਾ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਸਭ ਭਾਵਨਾਵਾਂ ਨੂੰ ਪੂਰੀਆਂ ਕਰਨ ਵਾਲਾ ਪਰਮੇਸ਼ਰ ਹੈ। ਸ਼ੇਖ ਬਣਨਾ ਚਾਹੇ, ਪੀਰ ਬਣਨਾ ਚਾਹੇ, ਬਾਦਸ਼ਾਹ ਬਣਨਾ ਚਾਹੇ, ਜਿਹੋ ਜਿਹੀ ਮਨ ਦੇ ਅੰਦਰ ਭਾਵਨਾ ਲੈ ਕੇ, ਤਮੰਨਾ ਲੈ ਕੇ ਪਰਮੇਸ਼ਰ ਨੂੰ ਨਾਮ ਨੂੰ ਸਰਵਣ ਕਰੇ, ਪਰਮੇਸ਼ਰ ਪੂਰੀ ਕਰ ਦਿੰਦਾ ਹੈ। ਐਸੀ ਮਹਾਨ ਇਹ ਮਹਾਨਤਾ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਸੁਣਿਆ ਸੇਖ ਪੀਰ ਪਾਤਸ਼ਾਹ, ਕਹਿੰਦੇ ਹਨ ਉਹਨਾਂ ਨੂੰ ਬਾਦਸ਼ਾਹੀਆਂ ਪ੍ਰਾਪਤ ਹੋ ਗਈਆਂ, ਉਹਨਾਂ ਨੇ ਸੇਖ ਬਣ ਜਾਣਾ ਕੀਤਾ, ਤਿਨਾਂ ਨੇ ਪੀਰ ਬਣ ਜਾਣਾ ਕੀਤਾ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ। ਸੁਣਿਐ ਅੰਧੇ ਪਾਵਹਿ ਰਾਹੋ। ਜਗਤ ਅੰਦਰ ਜਿਹੜਾ ਮਨੁੱਖ ਸਾਧ ਸੰਗਤ ਜੀ ਅੰਨਾ ਹੋਵੇ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਾ ਹੋਵੇ, ਡੰਗੋਰੀ ਦੇ ਨਾਲ ਤੁਰਦਾ, ਤੇ ਜੇਕਰ ਕੋ ਕੁਰਾਹੇ ਜਾ ਰਿਹਾ ਹੋਵੇ ਤੇ ਉਹਨੂੰ ਆਵਾਜ਼ ਮਾਰ ਕਰਕੇ ਕਿਹਾ ਜਾਂਦਾ ਕਿ ਇੱਧਰ ਨੂੰ ਆ, ਆਵਾਜ਼ ਸੁਣ ਕੇ ਫਿਰ ਦੂਸਰੇ ਪਾਸੇ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਐਸੇ ਜਿਹੜੇ ਪ੍ਰਤੱਖ ਸੰਸਾਰ ਦੇ ਅੰਦਰ ਜਿਹੜਾ ਕੋਈ ਸੂਰਮਾ ਹੁੰਦਾ, ਆਵਾਜ਼ ਸੁਣ ਕੇ ਸਿੱਧੇ ਰਸਤੇ ਚੱਲ ਪੈਂਦਾ। ਤੇ ਫਿਰ ਸਾਧ ਸੰਗਤ ਜੀ ਜਿਹੜਾ ਮਨੁੱਖ ਮਨ ਬੁੱਧ ਰੂਪ ਨੇਤਰਾਂ ਵਿੱਚ ਜਿਹਦੇ ਵਿਚਾਰ ਰੂਪੀ ਨਿਗਾਹ ਨਹੀਂ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਪਰਮੇਸ਼ਰ ਦੇ ਨਾਮ ਦਾ ਸਰਵਣ ਕਰ ਲਵੇ, ਉਹ ਜੀਵ ਦੇ ਵਿਚਾਰ ਰੂਪੀ ਨਿਗਾਹ ਪ੍ਰਾਪਤ ਹੋ ਜਾਂਦੀ ਹੈ।
ਫਿਰ ਸਾਰਾ ਜਗਤ ਜਿਹੜਾ ਇਹ ਮਿਥਿਆ ਲੱਗਣ ਲੱਗ ਪੈਂਦਾ ਹੈ। ਪਰਮੇਸ਼ਰ ਹਰ ਇੱਕ ਘਟ ਦੇ ਅੰਦਰ ਸੱਚਾ ਜਾਪਦਾ ਕਿ ਪਰਮੇਸ਼ਰ ਦੀ ਜੋਤ ਸਰਬ ਵਿਆਪਕ ਹੈ। ਹਰ ਇੱਕ ਘਟ ਦੇ ਅੰਦਰ ਪਰਮਾਤਮਾ ਦਾ ਸਰੂਪ ਵਿਆਪਕ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਫਿਰ ਇਹ ਪੰਕਤੀ ਪੜੋ। ਸੁਣਿਐ ਅੰਧੇ ਪਾਵਹਿ ਰਾਹੋ। ਸਾਧ ਸੰਗਤ ਜੀ, ਜਿਹੜੇ ਪ੍ਰਤੱਖ ਵੀ ਅੰਨੇ ਜੀਵ, ਉਹਨਾਂ ਵਿੱਚ ਨੇਤਰ ਦੇਖਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਫਿਰ ਜਿਹੜੇ ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਜੀਵ ਹੈ, ਤਿੰਨਾਂ ਨੂੰ ਵੀ ਸਾਧ ਸੰਗਤ ਜੀ ਐਸੀ ਮਹਾਨ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਉਹ ਅੰਤਰਜਾਮਤਾ ਦੇ ਨਾਲ ਤਿੰਨਾਂ ਸਮਿਆਂ ਦੇ ਗਿਆਤੇ ਹੋ ਜਾਂਦੇ ਹਨ। ਸੁਣਿਆ ਅੰਧੇ ਪਾਵਹਿ ਰਾਹੋ। ਰਾਹ ਜਿਹੜੇ ਖੋਟੇ ਰਸਤੇ ਤੇ ਪਏ ਹਨ, ਜਿਨ੍ਹਾਂ ਨੇ ਖੋਟੀ ਸੰਗਤ ਵਿੱਚ ਪੈਣਾ ਕੀਤਾ ਹੈ। ਭਾਵ ਜਿਵੇਂ ਕੋਈ ਅੰਨਾ ਮਨੁੱਖ ਹੋਵੇ ਤੇ ਉਹਨੂੰ ਪਤਾ ਨਹੀਂ ਲੱਗਦਾ ਕਿੱਧਰ ਤੁਰਿਆ ਜਾ ਰਿਹਾ ਹਾਂ। ਭਾਵੇਂ ਕਿਤੇ ਮਰਜ਼ੀ ਤੁਰਿਆ ਜਾਵੇ, ਭਟਕਦਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜੋ ਪਰਮਾਰਥ ਦੇ ਰਸਤੇ ਤੋਂ ਖੁੰਝਿਆ ਹੋਇਆ ਜੀਵ ਹੈ ਨਾ, ਜਿਹੜਾ ਖੋਟੇ ਰਸਤੇ ਤੇ ਚੱਲਦਾ ਪਿਆ ਹੈ, ਕੁਸੰਗਤ ਦੇ ਵੱਲ ਚੱਲ ਰਿਹਾ ਹੈ, ਵਿਸ਼ਿਆਂ ਵਿਕਾਰਾਂ ਰੂਪੀ ਮੰਦ ਕਰਮ ਕਰਨ ਰੂਪੀ ਰਸਤੇ ਨੂੰ ਧਾਰਨ ਕੀਤਾ ਹੈ, ਐਸਾ ਜਿਹੜਾ ਵਿਚਾਰ ਗਿਆਨ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਜੀਵ ਹੈ, ਜੇ ਪਰਮਾਤਮਾ ਦੇ ਨਾਮ ਨੂੰ ਸਰਵਣ ਕਰ ਲਵੇ, ਉਹ ਫਿਰ ਸਿੱਧੇ ਰਸਤੇ ਤੇ ਪੈ ਜਾਂਦਾ ਹੈ, ਪਰਮਾਰਥ ਦਾ ਰਸਤਾ ਧਾਰਨ ਕਰ ਲੈਂਦਾ ਹੈ। ਫਿਰ ਸਤ ਸੰਗਤ ਵਿੱਚ ਚੱਲ ਕੇ ਆਉਂਦਾ ਹੈ। ਜਗਤ ਦੇ ਵਿਸ਼ੇ ਸੁੱਖਾਂ ਨੂੰ ਛੱਡ ਕਰਕੇ ਪਰਮੇਸ਼ਰ ਦੇ ਨਾਮ ਪਰਮ ਸੁੱਖ ਨੂੰ ਫਿਰ ਪਾਵਨਾ ਕਰਦਾ ਹੈ। ਐਸੀ ਮਹਾਨ ਇਹ ਵਡਿਆਈ ਹੈ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਦੀ। ਸੁਣਿਐ ਹਾਥ ਹੋਵੇ ਅਸਗਾਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਸਿੱਧੋ, ਜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਜਾਵੇ, ਭਾਵੇਂ ਅਸਗਾਹ ਹੋ, ਬਹੁਤ ਵੱਡਾ ਜਿਵੇਂ ਦਰਿਆ ਹੁੰਦਾ ਹੈ ਨਾ, ਕਿੰਨਾ ਡੂੰਘਾ ਹੁੰਦਾ ਹੈ, ਉਹਦਾ ਅਥਾਹ ਕੋਈ ਅੰਤ ਹੀ ਨਹੀਂ ਪੈਂਦਾ, ਕਿੰਨਾ ਡੂੰਘਾ ਹੁੰਦਾ ਹੈ। ਪਰ ਹੱਥ ਕੋ ਜਿੰਨਾ ਕਹਿੰਦੇ ਥੋੜਾ ਜਿੰਨਾ ਉਹ ਪਾਣੀ ਜੀਵ ਨੂੰ ਭਾਸਦਾ ਹੈ। ਜੇਕਰ ਪਰਮੇਸ਼ਰ ਦੇ ਨਾਮ ਦਾ ਸਰਵਣ ਕਰੇ ਤਾਂ ਪ੍ਰਤੱਖ ਵੀ ਔਰ ਅੰਤਰੀ ਭਾਵ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਸੰਸਾਰ ਰੂਪੀ ਇਹ ਸਮੁੰਦਰ ਹੈ, ਇਹ ਡੂੰਘਾਈ ਇੰਨੀ ਜ਼ਿਆਦਾ ਹੈ, ਇੰਨਾ ਜ਼ਿਆਦਾ ਕਠਿਨ ਹੈ, ਇਹਦੇ ਤੋਂ ਪਾਰ ਹੋਣਾ ਕਿ ਅੰਤ ਪਾਇਆ ਹੀ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜੋ ਪਰਮੇਸ਼ਰ ਦੇ ਪਿਆਰੇ ਨਾਮ ਸਰਵਣ ਨੂੰ, ਅਕਾਲ ਪੁਰਖ ਵਾਹਿਗੁਰੂ ਦੇ ਮਹਾਤਮ ਨੂੰ ਜਾਣਦੇ ਹੈ, ਹਰ ਸਮੇਂ ਪਰਮਾਤਮਾ ਦੇ ਨਾਮ ਦਾ ਸਰਵਣ ਕਰਦੇ ਹਨ, ਤਿੰਨਾਂ ਗੁਰਮੁਖ ਪਿਆਰਿਆਂ ਨੂੰ ਹੱਥ ਦੀ ਤਰ੍ਹਾਂ ਸਾਧ ਸੰਗਤ ਲੱਗਦਾ ਹੈ। ਭਾਵ ਕਿ ਜਿਵੇਂ ਸਾਧ ਸੰਗਤ ਜੀ ਕਿਸੇ ਪਸ਼ੂ ਦਾ ਜਾਂ ਕਿਸੇ ਵੱਛਾ, ਜਿਵੇਂ ਇਹਦਾ ਪੌੜ ਹੋਵੇ ਨਾ, ਤੁਰਿਆ ਜਾ ਰਿਹਾ ਹੋਵੇ, ਉਹਦੇ ਵਿੱਚ ਪਾਣੀ ਭਰ ਜਾਵੇ ਤੇ ਸੁਦੇ ਸਿੱਧੇ ਉਹਦੇ ਤੋਂ ਪਾਰ ਹੋ ਜਾਈਦਾ ਹੈ। ਤਿਵੇਂ ਗੁਰਮੁਖ ਪਿਆਰੇ ਸੁਤੇ ਸਿੱਧ ਹੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹੈ। ਭਾਵੇਂ ਹੈ ਤਾਂ ਬੜਾ ਕਠਿਨ ਹੈ, ਬੜਾ ਔਖਾ ਹੈ ਭਵ ਸਾਗਰ ਤੋਂ ਪਾਰ ਹੋਣਾ, ਪਰ ਗੁਰਮੁਖ ਪਿਆਰੇ ਸ਼ਬਦ ਨਾਲ ਸੁਰਤ ਜੋੜ ਕਰਕੇ ਸੁਤੇ ਹੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਸੁਣਿਆ ਹਾਥ ਹੋਵੇ ਅਸਗਾਹੋ। ਸਾਧ ਸੰਗਤ ਜੀ, ਗੁਰ ਇਤਿਹਾਸ ਅੰਦਰ ਜੇਕਰ ਆਉਂਦਾ ਹੈ, ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਭਾਈ ਗੁਰਦਾਸ ਸਾਹਿਬ ਜੀ ਆਗਰੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੇ ਗਏ ਹੈ। ਲੰਮੇਰਾ ਸਮਾਂ ਸਿੱਖੀ ਦਾ ਪ੍ਰਚਾਰ ਕੀਤਾ। ਮਗਰੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੱਚਖੰਡ ਗਮਨ ਕਰਨਾ ਸੀ, ਪਹਿਲਾਂ ਆਪਣੇ ਛੋਟੇ ਸਾਹਿਬਜ਼ਾਦੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਸੱਚਖੰਡ ਗਮਨ ਕਰ ਗਏ। ਜਦੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਪਤਾ ਲੱਗਾ, ਬਹੁ ਗਿਣਤੀ ਵੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਚੱਲ ਪਏ ਹਨ ਕਿ ਸਤਿਗੁਰੂ ਜੀ ਤੇ ਜਾ ਕਰਕੇ ਦੀਦਾਰ ਕਰਦੇ ਹਾਂ, ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੰਜਵਾਂ ਸਰੂਪ ਹੈ। ਜਦੋਂ ਆ ਰਹੇ ਨੇ, ਬਿਆਸਾ ਦਰਿਆ ਨੂੰ ਪਾਰ ਕਰਨਾ ਸੀ, ਸ਼ਾਮ ਦਾ ਸਮਾਂ ਹੋ ਗਿਆ, ਬਹੁਤ ਜ਼ੋਰਦਾਰ ਠੰਡ ਪੈ ਰਹੀ ਸੀਗੀ, ਠੰਡ ਦਾ ਮੌਸਮ ਸੀਗਾ। ਉੱਥੇ ਬੇੜੀ ਦੇ ਨਾ ਕੋਈ ਮਲਾਹ ਨਜ਼ਰ ਆਇਆ ਤੇ ਸਾਧ ਸੰਗਤ ਜੀ ਫਿਰ ਮਨ ਵਿੱਚ ਵਿਚਾਰ ਕੀਤੀ, ਇੱਕ ਤਾਂ ਇੱਥੇ ਸੰਗਤਾਂ ਭੁੱਖੀਆਂ ਰਹਿਣਗੀਆਂ, ਦੂਜਾ ਠੰਡ ਬਹੁਤ ਜ਼ਿਆਦਾ, ਛੋਟੇ ਬੱਚੇ ਵੀ ਨਾਲ, ਪਰੇਸ਼ਾਨੀ ਹੋਵੇਗੀ।
ਫਿਰ ਵਿਚਾਰ ਕਰ ਰਹੇ ਨੇ ਕਿਵੇਂ ਇਹ ਬਿਆਸਾ ਦਰਿਆ ਨੂੰ ਪਾਰ ਕੀਤਾ ਜਾਵੇ। ਇੰਨੇ ਸਮੇਂ ਨੂੰ ਸਿੱਖ ਗੁਰਬਾਣੀ ਦੀ ਪੰਕਤੀ ਪੜ੍ਹਦਾ ਪਿਆ, ਸੁਣਿਆ ਹਾਥ ਹੋਵੇ ਅਸਗਾਹ। ਔਰ ਕੋਈ ਸਿੱਖ ਬਾਣੀ ਪੜ੍ਹ ਰਿਹਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਜਦੋਂ ਇਹ ਕੰਨਾਂ ਵਿੱਚ ਆਵਾਜ਼ ਪਈ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਸਤਿਗੁਰੂ ਜੀ ਦਾ ਸ਼ਬਦ ਸੁਣਨੇ ਕਰਕੇ ਭਵ ਸਾਗਰ ਤੋਂ ਪਾਰ ਹੋ ਜਾਈਦਾ, ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਈਦਾ, ਤੇ ਛੋਟਾ ਜਿਹਾ ਦਰਿਆ ਸਾਨੂੰ ਕਿਵੇਂ ਰੋਕ ਲਵੇਗਾ। ਸਾਧ ਸੰਗਤ ਜੀ, ਸ਼ਬਦ ਪੜ੍ਹਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਅੱਗੇ ਅੱਗੇ ਜਾ ਰਹੇ ਨੇ। ਫਿਰ ਜਿੰਨੀਆਂ ਵੀ ਸਿੱਖ ਸੰਗਤਾਂ ਪਿੱਛੇ ਪਿੱਛੇ ਆ ਰਹੀਆਂ, ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਗੋਡਿਆਂ ਤੋਂ ਉੱਪਰ ਕਿਸੇ ਵੀ ਪਾਣੀ ਨਹੀਂ ਆਵਣਾ ਕੀਤਾ, ਗੋਡਿਆਂ ਤੋਂ ਤਾਂ ਨਹੀਂ ਪਾਣੀ ਚੜ੍ਹਿਆ। ਭਾਵੇਂ ਕਿੰਨਾ ਡੂੰਘਾਈ ਦੇ ਵੀ ਸੀਗਾ, ਪਰ ਗੋਡਿਆਂ ਤੋਂ ਤਾਂ ਨਹੀਂ ਪਾਣੀ ਚੜ੍ਹਿਆ। ਛੋਟੇ ਛੋਟੇ ਬੱਚੇ ਵੀ ਨਾਲ ਉਸੇ ਤਰ੍ਹਾਂ ਸ਼ਬਦ ਦਾ ਜਾਪ ਕਰਦੇ ਹੋਏ ਭਾਵਨਾ ਦੇ ਨਾਲ ਉਹ ਦਰਿਆ ਨੂੰ ਪਾਰ ਕਰ ਗਏ। ਫਿਰ ਜਦੋਂ ਗੋਇੰਦਵਾਲ ਸਾਹਿਬ ਰਾਤ ਇੱਥੇ ਬਤੀਤ ਕੀਤੀ, ਕੀ ਦੇਖਿਆ ਕਿ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੰਸ਼ ਵਿੱਚੋਂ ਛੋਟੇ ਛੋਟੇ ਬੱਚੇ ਜੋ ਖੇਡਾਂ ਖੇਡਦੇ ਪਏ ਸਨ, ਤੇ ਸਤਿਗੁਰੂ ਜੀ ਦੇ ਚਰਨਾਂ ਦਾ ਕਿੰਨਾ ਉਹਨਾਂ ਨੂੰ ਨਿਸ਼ਚਾ ਤੇ ਭਰੋਸਾ। ਬਾਰ-ਬਾਰ ਇਉਂ ਕਹਿਣ ਕਿ ਜੇ ਸਤਿਗੁਰੂ ਜੀ ਨੂੰ ਭਾਵੇਗਾ ਤੇ ਇਵੇਂ ਹੋਵੇਗਾ। ਭਾਵੇਂ ਦੁਨਿਆਵੀ ਖੇਡਾਂ ਖੇਡਦੇ ਪਏ ਸਨ ਛੋਟੇ ਬਾਲਕ, ਪਰ ਕਹਿੰਦੇ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵੇਗਾ ਤੇ ਇਵੇਂ ਹੋਵੇਗਾ। ਦੂਸਰਾ ਬੱਚਾ ਕਹਿੰਦਾ ਜੇ ਸਤਿਗੁਰੂ ਜੀ ਨੂੰ ਭਾਵੇਗਾ ਤੇ ਇਵੇਂ ਹੋਵੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਨਿਮਰਤਾ ਵਿੱਚ ਆ ਕੇ ਕਿ ਕਿੰਨੇ ਛੋਟੇ ਛੋਟੇ ਬੱਚੇ ਆ, ਤੇ ਪਰ ਸਤਿਗੁਰੂ ਜੀ ਦੇ ਚਰਨਾਂ ਤੇ ਕਿੰਨਾ ਇਹਨਾਂ ਨੂੰ ਭਰੋਸਾ ਹੈ। ਉਸ ਸਮੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਭਾਈ ਗੁਰਦਾਸ ਸਾਹਿਬ ਜੀ ਨੇ ਨਮਸਕਾਰਾਂ ਕੀਤੀਆਂ ਉਹਨਾਂ ਬੱਚਿਆਂ ਦੇ ਚਰਨਾਂ ਤੇ ਮਨ ਵਿੱਚ ਫਿਰ ਪਰਖ ਕਰਨ ਦੇ ਵਾਸਤੇ ਕਿ ਜੇ ਸਤਿਗੁਰੂ ਜੀ ਨਿਸ਼ਚੈ ਕਰਕੇ ਪੂਰੇ ਹਨ, ਮਨ ਵਿੱਚ ਮੇਰੇ ਨਿਸ਼ਚਾ ਆ ਜਾਵੇਗਾ ਜੀ ਸਤਿਗੁਰੂ ਜੀ ਦੱਸਣਗੇ ਕਿ ਮੈਂ ਬੱਚਿਆਂ ਨੂੰ ਨਮਸਕਾਰ ਕਿਉਂ ਕੀਤੀ ਸੀ। ਇਹ ਮਨ ਵਿੱਚ ਧਾਰਨ ਕੀਤਾ। ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ, ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕਰਕੇ ਨਮਸਕਾਰ ਕੀਤੀ, ਤੇ ਅੰਤਰਜਾਮੀ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤੇ, ਭਾਈ ਗੁਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਜਦੋਂ ਤੁਸੀਂ ਪਹੁੰਚੇ ਸੀ, ਬੱਚਿਆਂ ਨੂੰ ਨਮਸਕਾਰਾਂ ਕਿਉਂ ਤੁਸਾਂ ਨੇ ਕੀਤੀਆਂ, ਕਿਉਂ ਮੱਥਾ ਟੇਕਿਆ ਸੀ। ਤੇ ਸਾਧ ਸੰਗਤ ਉਸੇ ਸਮੇਂ ਹਿਰਦਾ ਗਦ ਗਦ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਪੂਰਾ ਨਿਸ਼ਚਾ ਤੇ ਭਰੋਸਾ ਧਾਰਨ ਕਰ ਲਿਆ ਕਿ ਸੱਚ ਹੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਹਨ। ਫਿਰ ਸਾਰਾ ਜੀਵਨ ਸਤਿਗੁਰੂ ਜੀ ਦੇ ਸ਼ਰਨ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਦੇ ਵਿੱਚ ਆਪਣਾ ਨਿਰਵਾਹ ਕੀਤਾ। ਔਰ ਇਸ ਪ੍ਰਕਾਰ ਹਜੂਰ ਫਰਮਾਨ ਕਰਦੇ ਆ, ਫਿਰ ਇਹ ਪੰਕਤੀ ਪੜ੍ਹ ਦੋ। ਸੁਣਿਐ ਹਾਥ ਹੋਵੇ ਅਸਗਾਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਵੱਡਾ ਮਾਤਮ ਹੈ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਦਾ। ਸੁਣਿਆ ਹਾਥ ਹੋਵੇ, ਹੱਥ ਕੋ ਜਿੰਨਾ ਹੀ ਕਹਿੰਦੇ ਇੰਨਾ ਕੋ ਡੂੰਘਾਈ ਵਿੱਚ ਸਾਹਮਣੇ ਪ੍ਰਤੱਖ ਆ ਜਾਂਦਾ ਹੈ, ਭਾਵੇਂ ਕਿੱਡਾ ਵੱਡਾ ਡੂੰਘਾਈ ਵਾਲਾ ਸਮੁੰਦਰ ਕਿਉਂ ਨਾ ਹੋਵੇ ਸਾਂ। ਜਿਵੇਂ ਇੱਕ ਗੁਜਰੀ ਦੀ ਵੀ ਕਥਾ ਆਉਂਦੀ ਹੈ ਨਾ, ਸਮੁੰਦਰ ਤੋਂ ਪਾਰ ਸਾਧ ਸੰਗਤ ਜੀ ਦੁੱਧ ਵੇਚਣ ਦੇ ਵਾਸਤੇ ਜਾਇਆ ਕਰਨਾ ਬਾਜ਼ਾਰ ਦੇ ਵਿੱਚ, ਤੇ ਕਿੰਨਾ ਬਲ ਖਾ ਕਰਕੇ ਕਿੰਨਾ ਉੱਪਰੋਂ ਦੀ ਜਾ ਕਰਕੇ ਲੰਘ ਕੇ ਆਵਣਾ। ਤੇ ਇੱਕ ਦਿਨ ਵਰਖਾ ਹੋ ਰਹੀ ਸੀ, ਤੇ ਦੂਸਰੇ ਕਿਨਾਰੇ ਤੇ ਇੱਕ ਪੰਡਿਤ ਕਥਾ ਕਰਦਾ ਪਿਆ, ਪਰਮੇਸ਼ਰ ਦੇ ਨਾਮ ਦਾ ਮਹਾਤਮ ਦੱਸ ਰਿਹਾ ਹੈ। ਪ੍ਰਸੰਗ ਆਇਆ ਕਥਾ ਦੇ ਵਿੱਚ ਕੀ ਕਹਿੰਦਾ ਕਿ ਪਰਮੇਸ਼ਰ ਦਾ ਨਾਮ ਬੇੜੀ ਦੀ ਤਰ੍ਹਾਂ ਹੈ। ਜਿਵੇਂ ਇੱਕ ਬੇੜਾ ਹੁੰਦਾ ਉਹ ਸਮੁੰਦਰ ਤੋਂ ਪਾਰ ਕਰ ਦਿੰਦਾ, ਦੂਸਰੇ ਕਿਨਾਰੇ ਤੇ ਕਰ ਦਿੰਦਾ, ਤਿਵੇਂ ਪਰਮੇਸ਼ਰ ਦਾ ਨਾਮ ਪ੍ਰਤੱਖ ਬੇੜੇ ਦੀ ਤਰ੍ਹਾਂ ਹੈ, ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਤੇ ਉਹ ਸਾਧ ਸੰਗਤ ਗੁਜਰੀ ਦੇ ਮਨ ਦੇ ਵਿੱਚ ਭਾਵਨਾ ਆਈ, ਨਿਸ਼ਚਾ ਧਾਰਨ ਕਰ ਲਿਆ। ਕਹਿੰਦੇ ਜੇ ਸੱਚ ਪਰਮੇਸ਼ਰ ਦਾ ਨਾਮ ਬੇੜੇ ਦੀ ਤਰ੍ਹਾਂ, ਜੇ ਫਿਰ ਮੈਨੂੰ ਇੰਨੀ ਦੂਰੀ ਤੇ ਜਾ ਕਰਕੇ ਭਾਰ ਚੁੱਕ ਕੇ ਵਲ ਖਾਣ ਦੀ ਕੀ ਲੋੜ ਹੈ। ਫਿਰ ਪਰਮੇਸ਼ਰ ਦੇ ਨਾਮ ਜਪਦਿਆਂ ਹੋਇਆਂ ਉਹ ਗੁਜਰੀ ਨੇ ਸੁਤੇ ਸਿੱਧ ਹੀ ਸਾਧ ਸੰਗਤ ਤੋਂ ਨਦੀ ਨੂੰ ਪਾਰ ਕਰ ਦੇਣਾ। ਸੁਤੇ ਸਿੱਧ ਹੀ ਕਿੰਨਾ ਹੀ ਨੇਮ ਦੇ ਨਾਲ ਇਸੇ ਤਰ੍ਹਾਂ ਜਦੋਂ ਪਾਰ ਕਰ ਦਿੱਤਾ, ਫਿਰ ਮਨ ਵਿੱਚ ਵਿਚਾਰ ਆਈ ਕਿ ਇਹ ਤਾਂ ਮੇਰੇ ਮੁਰਸ਼ਿਦ ਹੋ ਗਏ, ਮੈਂ ਇਹਨਾਂ ਤੋਂ ਇਹ ਉਪਦੇਸ਼ ਸੁਣਿਆ, ਮੇਰੇ ਮਨ ਵਿੱਚ ਭਰੋਸਾ ਵੱਜ ਗਿਆ, ਜਿਸ ਕਰਕੇ ਮੈਂ ਸੁਤੇ ਸਿੱਧ ਹੀ ਬਿਨਾਂ ਬੇੜੀ ਤੋਂ ਇੱਦਾਂ ਹੀ ਨਦੀ ਤੋਂ ਪਾਰ ਹੋ ਜਾਂਦੀ ਚੱਲ ਕੇ।
ਇੱਕ ਦਿਨ ਨਿਉਂਦਾ ਦਿੱਤਾ ਕਿ ਪੰਡਿਤ ਜੀ ਤੁਸੀਂ ਮੇਰੇ ਮੁਰਸ਼ਿਦ ਹੋ ਤੇ ਮੈਂ ਤੁਹਾਨੂੰ ਨਿਉਂਦਾ ਦੇਣਾ ਚਾਹੁੰਦੀ, ਮੇਰੇ ਘਰ ਆ ਕੇ ਲੰਗਰ ਪਕਵਾਨ ਛਕੋ। ਕਹਿੰਦਾ ਜੀ ਠੀਕ ਹੈ। ਜਦੋਂ ਚੱਲ ਰਹੇ ਤੇ ਗੁਜਰੀ ਅੱਗੇ ਅੱਗੇ ਜਾ ਰਹੀ ਤੇ ਪੰਡਿਤ ਪਿੱਛੇ ਪਿੱਛੇ ਆ ਰਹੇ ਹੈ। ਜਦੋਂ ਗਾਂਹ ਜਾ ਕਰਕੇ ਨਦੀ ਦੇ ਵਿੱਚ ਕਦਮ ਰੱਖਣ ਲੱਗੇ ਤੇ ਉਹ ਪੰਡਿਤ ਕਹਿੰਦਾ ਕਿ ਇਹ ਬੀਬਾ ਇਹ ਕੀ ਕਰਨ ਲੱਗੀ ਹੈ? ਕਹਿੰਦੇ ਜੀ ਤੁਸੀਂ ਆਪ ਹੀ ਨਾਮ ਦਾ ਮਹਾਤਮ ਦਰਸਾਇਆ ਕਿ ਪਰਮੇਸ਼ਰ ਦਾ ਨਾਮ ਬੇੜੇ ਦੀ ਤਰ੍ਹਾਂ। ਕਿੰਨਾ ਸਮਾਂ ਹੋ ਗਿਆ ਮੈਨੂੰ, ਮੈਂ ਤਾਂ ਇਸੇ ਤਰ੍ਹਾਂ ਇਹਦੇ ਉੱਪਰ ਜਿਵੇਂ ਧਰਤੀ ਤੇ ਕੋਈ ਤੁਰ ਕਰਕੇ ਲੰਘਦਾ, ਮੈਂ ਪਾਣੀ ਤੋਂ ਇਸੇ ਤਰ੍ਹਾਂ ਨਾਮ ਜਪਦੀ ਹੋਈ ਲੰਘ ਜਾਂਦੀ ਹਾਂ। ਜਦੋਂ ਥੋੜਾ ਗਾਂਹ ਗਈ ਤੇ ਪੰਡਿਤ ਜਿਹੜਾ ਸੀ ਉਹ ਵੀ ਪਿੱਛੇ ਪਿੱਛੇ ਆ ਰਿਹਾ, ਉਹਨੂੰ ਭਰੋਸਾ ਨਹੀਂ ਸੀਗਾ। ਪੰਡਿਤ ਜਦੋਂ ਗੋਤੇ ਖਾਣ ਲੱਗਾ ਤੇ ਉਸ ਸਮੇਂ ਫਿਰ ਉਹ ਗੁਜਰੀ ਨੇ ਵਚਨ ਕੀਤਾ, ਕਹਿੰਦੇ ਪੜ੍ਹਦੇ ਪੜ੍ਹਦੇ ਪੜ੍ਹ ਗਏ, ਪੜ੍ਹ ਲਏ ਚਾਰੇ ਵੇਦ, ਕਿ ਭਾਵੇਂ ਚਾਰੇ ਵੇਦ ਵੀ ਤੂੰ ਪੜ੍ਹ ਲਏ ਨੇ, ਪੜ੍ਹ ਪੜ੍ਹ ਕਰਕੇ ਕਿੰਨੀ ਵਿਦਿਆ ਤੂੰ ਪੜ੍ਹ ਲਈ ਹੈ, ਪਰ ਤੇਰੇ ਮਨ ਵਿੱਚ ਨਿਸ਼ਚਾ ਨਾ ਆਇਆ ਤੇ ਫਿਰ ਰਹੇ ਉਹ ਢੇਡ ਕੋ ਢੇਡ, ਮੂਰਖ ਦਾ ਮੂਰਖ ਹੀ ਰਿਹਾ ਨਾ, ਨਿਸ਼ਚਾ ਨਹੀਂ ਧਾਰਨ ਕੀਤਾ। ਵੇਦ ਵਿਦਿਆ ਵੀ ਪੜ੍ਹ ਲਈ, ਸ਼ਾਸਤਰਾਂ ਨੂੰ ਪੜ੍ਹ ਲਿਆ, ਪਰ ਰਿਹਾ ਤੂੰ ਮੂਰਖ ਦਾ ਹੀ ਮੂਰਖ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਨਿਸ਼ਚਾ ਆ ਜਾਂਦਾ ਹੈ ਉਹ ਸੁਤੇ ਹੀ ਪ੍ਰਤੱਖ ਵੀ ਸਮੁੰਦਰ ਤੋਂ ਪਾਰ ਹੋ ਜਾਂਦੇ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਸਮੇਂ ਪਿਸ਼ੌਰ ਦੇ ਇਲਾਕੇ ਵਿੱਚ ਜਾਣਾ ਸੀ, ਸਾਧ ਸੰਗਤ ਜੀ ਜੋ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਜੀ ਜਦੋਂ ਸ਼ਹਾਦਤ ਦਾ ਪਤਾ ਲੱਗਾ ਐਟ ਏ ਟਾਈਮ ਉਸੇ ਸਮੇਂ ਹੀ ਆਪਣੀ ਫੌਜ ਨੂੰ ਤਿਆਰ ਕਰਕੇ ਪਿਸ਼ੌਰ ਦੇ ਇਲਾਕੇ ਵੱਲ ਜਾਣਾ ਸੀ। ਰਸਤੇ ਵਿੱਚ ਅਟਕ ਦਰਿਆ ਕਦੇ ਕਿਸੇ ਨੂੰ ਪਾਰ ਨਹੀਂ ਸੀ ਹੋਣ ਦਿੰਦਾ, ਰਸਤਾ ਨਹੀਂ ਸੀ ਦਿੰਦਾ, ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਉਸ ਸਮੇਂ ਨੌਰੰਗਾਬਾਦ ਵਾਲੇ ਜਿਹੜੇ ਮਹਾਂਪੁਰਖ ਹਨ, ਸ੍ਰੀਮਾਨ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਨ ਜਿਨ੍ਹਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਹੈ, ਮਹਾਂਪੁਰਖ ਨਾਲ ਜਾ ਰਹੇ ਤੇ ਜਦੋਂ ਦਰਿਆ ਦੇ ਕਿਨਾਰੇ ਤੇ ਜਾ ਕਰਕੇ ਖਲੋਤੇ ਦੇਖਿਆ ਕਿ ਠਾਠਾਂ ਮਾਰਦਾ ਹੋਇਆ ਪਾਣੀ ਆ ਰਿਹਾ ਸੀ। ਜਦੋਂ ਮਨ ਵਿੱਚ ਵਿਚਾਰ ਕੀਤੀ ਕਿਵੇਂ ਪਾਰ ਹੋਇਆ ਜਾਵੇ, ਅੱਗੇ ਦੁਸ਼ਮਣ ਸਾਡੀ ਫੌਜ ਦੇ ਉੱਪਰ ਉਹਨਾਂ ਨੇ ਬਹੁਤ ਜ਼ਿਆਦਾ ਦਬਾ ਲਿਆ ਹੋਵੇਗਾ, ਸਾਡੀ ਫੌਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਪਾਰ ਜਾਣਾ ਹੀ ਪੈਣਾ ਹੈ। ਉਸ ਸਮੇਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਹਾਥੀ ਜਦੋਂ ਸਮੁੰਦਰ ਦੇ ਅੰਦਰ ਠੇਲਿਆ ਤੇ ਬਾਬਾ ਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਅਰਦਾਸ ਕਰੋ, ਤੁਸੀਂ ਕੋਈ ਕੌਤਕ ਹੁਣ ਦਿਖਾਵਣਾ ਕਰੋ। ਤੇ ਕਹਿੰਦੇ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਕੀਤਾ। ਜਿੰਨੇ ਸਮੇਂ ਨੂੰ ਪਾਠ ਸੰਪੂਰਨ ਹੋਇਆ, ਸਾਰੀ ਫੌਜ ਜਿਹੜੀ ਸੀ ਨਾ ਉਹ ਸਮੇਂ ਦਰਿਆ ਨੂੰ ਪਾਰ ਕਰ ਗਈ। ਫਿਰ ਆਪਣਾ ਹਾਥੀ ਵੀ ਸਾਧ ਸੰਗਤ ਜੀ ਪਾਰ ਕਰ ਲਿਆ ਤੇ ਫਿਰ ਜਿਹੜਾ ਪਾਣੀ ਸੀ ਪਹਿਲਾਂ ਦੀ ਤਰ੍ਹਾਂ ਸਮੁੰਦਰ ਦਾ ਠਾਠਾਂ ਮਾਰਨ ਲੱਗ ਪਿਆ। 200 ਸਵਾਰ ਕਹਿੰਦੇ ਜਿਹੜੇ ਮੁਸਲਮਾਨ ਜਿਨ੍ਹਾਂ ਨੇ ਆ ਕਰਕੇ ਮਹਾਰਾਜੇ ਦੀ ਫੌਜ ਦੇ ਵੀ ਸ਼ਾਮਲ ਹੋਣਾ ਕੀਤਾ ਸੀ, ਉਹਨਾਂ ਦੇ ਮਨ ਵਿੱਚ ਭਰੋਸਾ ਨਹੀਂ ਸੀਗਾ ਕਿ ਕਿਵੇਂ ਹੋ ਸਕਦਾ। ਤੇ ਜਦੋਂ ਉਹ ਲੰਘਣ ਲੱਗੇ ਤੇ ਫਿਰ ਡੁੱਬਣ ਲੱਗ ਪਏ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਚਨ ਕੀਤਾ ਕਿ ਇਹਦੇ ਪਰਿਆ ਕੋਈ ਨਾ ਕੋਈ ਭੇਟਾ ਵੀ ਚਾਹੀਦੀ ਹੈ ਨਾ, 200 ਸਿਪਾਹੀ ਕੋਈ ਨਹੀਂ, ਭੇਟ ਚੜ੍ਹ ਲੈਣ ਦੇਣਾ ਕਰੋ, ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ ਹੈ। ਸੋ ਇਸ ਲਈ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਆ ਕਿ ਜੇ ਮਨ ਵਿੱਚ ਨਿਸ਼ਚਾ ਹੋ ਜਾਵੇ ਤੇ ਸੁਤੇ ਸਿੱਧ ਹੀ ਉਹ ਜੀਵ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ। ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ। ਸੁਣਿਆ ਹਾਥ ਹੋਵੇ ਅਸਗਾਹੋ। ਇਹ ਜੀਵ ਸਾਧ ਸੰਗਤ ਜੀ ਬੜਾ ਛੋਟਾ ਹੈ, ਹੱਥ ਦੀ ਤਰ੍ਹਾਂ ਹੈ, ਪਰ ਜੇ ਪਰਮੇਸ਼ਰ ਦੇ ਨਾਮ ਦਾ ਸਰਵਣ ਕਰ ਲਵੇ ਅਸਗਾਹੋ, ਜਿਸ ਪਰਮੇਸ਼ਰ ਦੇ ਸਰੂਪ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ, ਉਸ ਪਰਮਾਤਮਾ ਦਾ ਸਰੂਪ ਅਥਾਹ ਸਰੂਪ ਹੋ ਜਾਣਾ ਕਰਦਾ। ਸੁਣਿਆ ਹਾਥ ਹੋਵੇ ਅਸਗਾਹੋ ਭਾਵ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਅਭੇਰਤਾ ਪਾ ਲੈਣਾ ਕਰਦਾ। ਜੀਵ ਭਾਵੇਂ ਛੋਟਾ ਪਰ ਜੇ ਪਰਮੇਸ਼ਰ ਦੇ ਨਾਮ ਦਾ ਸਰਵਣ ਕਰੇ ਤੇ ਬਹੁਤ ਵੱਡਾ ਅਥਾਹ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸਰਵਣ ਦੇ ਮਹਾਤਮ ਦੀ ਚੌਥੀ ਪੌੜੀ ਦੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ, ਹੇ ਸਿੱਧੋ ਪਰਮੇਸ਼ਰ ਦੇ ਨਾਮ ਸਰਵਣ ਕਰਨ ਦੀ ਐਸੀ ਮਹਾਨ ਵਡਿਆਈ ਹੈ।
ਜੋ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਭਗਤ ਜਨ ਹਨ, ਤਿਨਾਂ ਦੇ ਹਿਰਦੇ ਅੰਦਰ ਸਦਾ ਹੀ ਆਨੰਦ ਦਾ ਖੇੜਾ ਬਣਿਆ ਰਹਿੰਦਾ ਹੈ। ਜੋ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਦੇ ਹੈ, ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਦੇ ਹੈ, ਭਾਵੇਂ ਸਰੀਰ ਕਰਕੇ ਉਹਨਾਂ ਨੂੰ ਕੋਈ ਕਸ਼ਟ ਵੀ ਦੇਣਾ ਕਰੇ, ਭਾਵੇਂ ਤਨ ਕਰਕੇ ਉਹਨਾਂ ਨੂੰ ਡਲਾਉਣ ਦਾ ਯਤਨ ਕਰੇ, ਪਰ ਮਨ ਤਾਂ ਨਹੀਂ ਨਾ ਉਹਨਾਂ ਦਾ ਡੋਲਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਕਿੰਨਾ ਯਤਨ ਕੀਤਾ ਸੀਗਾ, ਬਚਨ ਕੀਤੇ ਆ ਗੁਰਬਾਣੀ ਵਿੱਚ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਕਹਿੰਦੇ ਸਾਡਾ ਮਨ ਅਡੋਲ ਸੀਗਾ ਤੇ ਤਨ ਨੂੰ ਡਲਾ ਕਰਕੇ ਭਾਵੇਂ ਕੀ ਸਾਡੇ ਮਨ ਨੂੰ ਡਲਾ ਸਕਦੇ ਸਨ? ਨਹੀਂ। ਭਾਵੇਂ ਕਿੰਨਾ ਯਤਨ ਕੀਤਾ, ਮਸ਼ਕਾਂ ਦੇ ਨਾਲ ਬੰਨ ਕੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਸੁੱਟਿਆ, ਪਰ ਸਾਧ ਸੰਗਤ ਜੀ ਚਿੱਤ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਣੇ ਕਰਕੇ, ਮਨ ਅਡੋਲ ਹੋਣੇ ਕਰਕੇ ਥੋੜਾ ਜਿੰਨਾ ਵੀ ਕੋਈ ਮਨ ਨੂੰ ਡਲਾ ਨਹੀਂ ਸਕੇ। ਭਗਤ ਕਬੀਰ ਸਾਹਿਬ ਜੀ ਦੇ ਕਹਿਣ ਲੱਗੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਕਹੋ ਕਬੀਰ ਕੋ ਸੰਗ ਨ ਸਾਧ, ਜਲ ਥਲ ਰਾਖਣ ਹੈ ਰਘੁਨਾਥ। ਜਲਾਂ ਵਿੱਚ ਥਲਾਂ ਵਿੱਚ ਰੱਖਿਆ ਕਰਨ ਵਾਲਾ ਪਰਮੇਸ਼ਰ ਆਪ ਹੈ। ਜੇ ਭਾਵਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਸਰਵਣ ਕਰੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਨੂੰ ਕਦੇ ਕੋਈ ਡਾਵਾਂ ਡੋਲ ਨਹੀਂ ਕਰ ਸਕਦਾ। ਹਿਰਦਾ ਉਹਨਾਂ ਦਾ ਕਮਲ ਦੇ ਵਾਂਗ ਖਿੜਿਆ ਰਹਿੰਦਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਹਰ ਪ੍ਰਕਾਰ ਦੇ ਦੁੱਖ, ਜੀਵ ਦੇ ਕੀਤੇ ਹੋਏ ਪਾਪ ਕਰਮ ਸਭ ਨਿਵਰਤ ਹੋ ਜਾਂਦੇ ਹਨ। ਔਰ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਕੌਣ ਹੈ? ਧਨੰਤਰ ਵੈਦ। ਫਿਰ ਪਾਪ ਕਰਮਾਂ ਨੂੰ ਮੇਟਣ ਵਾਲਾ ਸਾਧ ਸੰਗਤ ਜੀ ਜਿਵੇਂ ਬਿਆਸਾ ਲਿਖੀ ਹੈ, ਇਹ ਪੁਰਾਣਾਂ ਦੇ ਦੁਆਰਾ ਸਾਧ ਸੰਗਤ ਕਥਾ ਸੁਣਾ ਕਰਕੇ ਪਾਪ ਕਰਮ ਜੀਵਾਂ ਦੇ ਮੇਟ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਨੰਤਰ ਵੈਦ ਵੀ ਪਰਮੇਸ਼ਰ ਦੇ ਨਾਮ ਦਾ ਹੀ ਮਹਾਤਮ ਦਰਸਾਵੰਦਾ ਹੈ। ਫਿਰ ਬਿਆਸਾ ਲਿਖੀ, ਵਸ਼ਿਸ਼ਟ ਮੁਨੀ ਵਰਗੇ ਕਿੰਨੇ ਕਿੰਨੇ ਗਿਆਨਵਾਨ ਰਿਖੀ ਮੁਨੀ ਹੋਏ ਹੈ, ਸਾਰੇ ਰਿਖੀ ਹਨ, ਮੁਨੀ ਹਨ। ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਹੀ ਸਾਰੇ ਸਰਵਣ ਦਾ ਮਹਾਤਮ ਦਰਸਾਵੰਦੇ ਹੈ ਕਿ ਪਰਮੇਸ਼ਰ ਦਾ ਨਾਮ ਸਰਵਣ ਕਰਨੇ ਕਰਕੇ ਸਭ ਦੁੱਖ ਦੇ ਸਭ ਪਾਪ ਜੀਵ ਦੇ ਮਿਟ ਜਾਂਦੇ ਹੈ। ਐਸੀ ਮਹਾਨ ਵਡਿਆਈ ਹੈ ਪਰਮਾਤਮਾ ਦੇ ਨਾਮ ਸਰਵਣ ਕਰਨੇ ਦੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜਿਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।